श्री वाहेगुरु जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। दीन दुनिया दरक मंदे आपरी रुखसार मां हर दो आलम कीमते यकतार मुए यार मां। अमै दृष्ट शुभ करै हरै अग पाप सकल मल काम क्रोध अर लोभ मोह वस करै सबै बल। सदा सुख मन वसै दुख संसारै खोवै गुर नाम नित दरियाव जन्म हम कालख धोवै। सो कहो टल गुर सेवियै अहनिस सहज सुभाय। दर्शन परसै गुरु कै जन्म मरण दुख जाय। सज्जन सच्चा पात साहो सिर साहां दे साहो। जिस पास बैठिया सोहियै सबना दा वेसाहो। जिस पास बैठिया सोहियै सबना दा वेसाहो। चावर छतर तखत दे मालक जुगो जुग अटल सतगुरु गरीब नवाज सच्चे पातशाह जी पतत पावन किरपा निधान सतगुरु श्री गुरु ग्रंथ साहिब जी की पावन पवित्र हजूरी दे अंदर जुड़मिल बैठी हुई गुरु रूप गुरु खालसा सत संगत जी आप जी सरबत संगत सच्चे पातशाह जी की पावन मुकद्दस गोद अंदर सज करके गुरु की बाणी का कीर्तन का आनंद प्राप्त कर रहे सी। सरबत संगत बड़े प्यार दे नाल दास दे सत्कारयोग विद्या दाते ज्ञानी जीवा सिंह जी होना दी हाजरी प्रवान करो। आखो जी वाहिगुरु जी का खालसा वाहिगुरु जी की फतेह। आप सरबत संगत इन्हां समागमां दे विच हरेक साल ही जुड़दे हो और इस नगर की यह भी एक सिफत है कि कल्ला ये समागम साल बाद ही नहीं कराउंदे। गुरु घर दे विच संगत के रूप दे विच जिवें सतगुरु साहिब जी ने बख्शिश की है कि गुरसिखां ने संगत करनी है ते उस रूप नूं बहाल करन वास्ते श्री सुखमनी साहिब की लड़ीवार कथा विचार भी इस नगर के अस्थान ते चलती रहिंदी। हरेक महीने ही दीवान हुंदा है जिहदे विच ज्ञानी जीवा सिंह जी जां जिवें हुक्म हुंदा सतगुरु ये सेवा लैंदे। सत संगत जी श्री गुरु ग्रंथ साहिब सच्चे पातशाह जी के बाबत जे गुरु का एक शब्द पढ़ो महाराज कहते ने रतना रतन पदार्थ बहुत सागर भरिया राम। बाणी गुरबाणी लग गए तिन हथ चढ़िया राम। इस समुंदर दे विच इन्ने पदार्थ ने इन्ने रतन ने जवाहरात ने जिन्हां दी कोई कीमत नहीं है। पर यह अमोलक दात प्राप्त किनू हुंदी है?
ਮਹਾਰਾਜ ਕਹਿੰਦੇ ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜ੍ਹਿਆ ਰਹਾ। ਜਿਹੜੇ ਸਤਿਗੁਰੂ ਦੇ ਬਚਨ ਦੇ ਅਨੁਸਾਰ ਗੁਰਬਾਣੀ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਇਹ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਤੇ ਇਹ ਬਖਸ਼ਿਸ਼ ਪ੍ਰਾਪਤ ਕਰਨ ਦਾ ਅਸਥਾਨ ਕਿਹੜਾ, ਕਿੱਥੋਂ ਪ੍ਰਾਪਤੀ ਹੋਵੇ? ਮਹਾਰਾਜ ਕਹਿੰਦੇ ਇਹ ਪ੍ਰਾਪਤੀ ਹੋਣੀ ਸੰਗਤ ਦੇ ਵਿੱਚ। ਸਤਿਗੁਰ ਸੱਚਾ ਪਾਤਸ਼ਾਹੋ ਸਾਧ ਸੰਗ ਸੱਚਖੰਡ ਵਸਾਇਆ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਸਤ ਸੰਗਤ ਰੂਪੀ ਸੱਚਖੰਡ ਧਰਤੀ ਤੇ ਵਸਾਇਆ ਹੈ। ਤੇ ਕਲਯੁਗ ਦੇ ਸਮੇਂ ਦੇ ਅੰਦਰ ਪਰਮੇਸ਼ਰ ਦੀ ਭਗਤੀ, ਨਾਮ ਸਿਮਰਨ, ਸੇਵਾ, ਇਸ਼ਨਾਨ ਇਹੀ ਸ਼੍ਰੋਮਣੀ ਹੈ। ਮਹਾਰਾਜ ਕਹਿੰਦੇ ਜਿਹੜੇ ਸੰਗਤ ਵਿੱਚ ਆਣ ਕਰਕੇ ਜੁੜਨਗੇ ਉਹਨਾਂ ਨੂੰ ਕਲਯੁਗ ਦੇ ਸਮੇਂ ਅੰਦਰ ਪ੍ਰਾਪਤੀ ਪਰਮੇਸ਼ਰ ਦੀ ਹੋਵੇਗੀ। ਇਸ ਸਮੇਂ ਦੇ ਵਿੱਚ ਸੰਗਤ ਦਾ ਆਨੰਦ ਮਾਣਨਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਅਸੀਂ ਦੁਨਿਆਵੀ ਭੜਕਣਾ ਦੇ ਵਿੱਚ ਪਏ ਹੋਏ ਵੱਡੇ ਵੱਡੇ ਇਕੱਠ ਵਿੱਚ ਜਾ ਸਕਦੇ ਹਾਂ ਜਿੱਥੇ ਕੂੜ ਦਾ ਪਸਾਰਾ ਹੈ, ਜਿੱਥੇ ਦੁਨਿਆਵੀ ਗੱਲਾਂ ਚੱਲ ਰਹੀਆਂ। ਤੇ ਇਹ ਜਾਣਨਾ ਜਿੱਡਾ ਮਰਜ਼ੀ ਕੋਈ ਲੱਖਾਂ ਦਾ ਵੀ ਇਕੱਠ ਹੋਵੇ, ਜਿੱਥੇ ਪ੍ਰਮਾਤਮਾ ਦੀ ਗੱਲ ਨਹੀਂ ਹੈ ਉਹ ਸੰਗਤ ਨਹੀਂ ਹੈ। ਸਤ ਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਖਾਣੀਐ। ਸੰਗਤ ਉਹ ਹੈ ਜਿੱਥੇ ਪਰਮੇਸ਼ਰ ਦਾ ਨਾਮ ਹੈ। ਤੇ ਸੰਗਤ ਦਾ ਰੂਪ ਕੀ ਹੁੰਦਾ? ਭਾਈ ਗੁਰਦਾਸ ਸਾਹਿਬ ਜੀ ਨੂੰ ਗੁਰਸਿੱਖਾਂ ਨੇ ਪੁੱਛਿਆ ਸੰਗਤ ਕਿੱਡੇ ਇਕੱਠ ਨੂੰ ਕਹਿੰਦੇ ਜੀ? ਕਹਿਣ ਲੱਗੇ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਇੱਕ ਸਿੱਖ ਇਕੱਲਾ ਸਿੱਖ ਹੁੰਦਾ, ਜੇ ਦੋ ਜੁੜ ਜਾਣ ਤੇ ਉਹ ਗੁਰੂ ਦੀ ਸੰਗਤ ਹੈ, ਜੇ ਪੰਜ ਵੀ ਜੁੜ ਜਾਣ ਤੇ ਉਹ ਪਰਮੇਸ਼ਰ ਦਾ ਅਸਥਾਨ ਬਣ ਜਾਂਦਾ, ਉੱਥੇ ਪ੍ਰਮਾਤਮਾ ਆਪ ਵਸਦਾ ਹੈ। ਤੁਸੀਂ ਤੇ ਇੱਥੇ ਫੇਰ ਸੈਂਕੜੇ ਬੈਠੇ ਹੋ। ਆਓ ਸਾਧ ਸੰਗਤ ਜੀ ਮੈਂ ਕੁਝ ਵਿਚਾਰ ਕਰਨ ਦੀ ਆਪ ਜੀ ਦੇ ਨਾਲ ਸਾਂਝ ਪਾਵਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਉਸ ਤਲ ਦੇ ਨਾਲ ਨਹੀਂ ਪੜ੍ਹਦੇ ਜਿੱਦਾਂ ਸਾਨੂੰ ਪੜ੍ਹਨੀ ਚਾਹੀਦੀ ਹੈ। ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛਿਆ ਗੁਰਸਿੱਖਾਂ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਹੈ, ਕੀ ਮਿਲ ਸਕਦਾ ਹੈ? ਭਾਈ ਸਾਹਿਬ ਕਹਿੰਦੇ ਇਸ ਬਾਣੀ ਦੇ ਵਿੱਚ ਸਭ ਕੁਝ ਹੀ ਹੈ। ਜਿਵੇਂ ਸਮੁੰਦਰ ਦੇ ਵਿੱਚ ਸਾਰੇ ਮੋਤੀ ਹੁੰਦੇ ਨੇ ਪਰ ਲੱਭਣ ਵਾਲੇ ਲੱਭਦੇ, ਸਭ ਨੂੰ ਨਹੀਂ ਲੱਭਦੇ। ਬਾਕੀਆਂ ਵਾਸਤੇ ਉਹ ਸਾਰਾ ਪਾਣੀ ਹੈ। ਪਰਬਤ ਦੇ ਵਿੱਚ ਚਾਂਦੀ, ਸੋਨਾ, ਹੋਰ ਧਾਤਾਂ ਲੁਕੀਆਂ ਨੇ ਪਰ ਲੱਭਣ ਵਾਲੇ ਲੱਭਦੇ ਜਿਹੜੇ ਪਰਬਤਾਂ ਦੀ ਹਿੱਕ ਪਾੜ ਕੇ ਔਰ ਆਪਣੀ ਮਿਹਨਤ ਮੁਸ਼ੱਕਤ ਕਰਕੇ ਲੱਭਦੇ ਨੇ। ਜੰਗਲ ਭਰੇ ਹੋਏ ਨੇ ਲੱਕੜੀ ਦੇ ਨਾਲ, ਵਣ ਦੀ ਲੱਕੜੀ ਤਰ੍ਹਾਂ ਤਰ੍ਹਾਂ ਦੀ ਹੈ, ਪਰ ਜਿਹੜੇ ਖੋਜੀ ਪੁਰਸ਼ ਨੇ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਖੁਸ਼ਬੋਈ ਉੱਥੋਂ। ਚੰਦਨ ਦਾ ਰੁੱਖ ਵੀ ਉੱਥੋਂ ਹੀ ਮਿਲਦਾ ਹੈ। ਤੈਸੇ ਗੁਰਬਾਣੀ ਵੇਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਹੀ। ਗੁਰੂ ਗ੍ਰੰਥ ਸਾਹਿਬ ਅੰਦਰ ਸਭ ਪਦਾਰਥ ਪ੍ਰਾਪਤ ਉਹਨੂੰ ਹੋਣੇ ਜਿਹੜਾ ਖੋਜ ਵਿੱਚ ਲੱਗੇਗਾ। ਅਸੀਂ ਗੁਰਬਾਣੀ ਅੱਜ ਪੜ੍ਹਨੀ ਛੱਡ ਦਿੱਤੀ ਹੈ। ਕੁਝ ਕੁ ਸਾਡਾ ਵਾਤਾਵਰਨ ਹੀ ਇਦਾਂ ਦਾ ਹੋ ਗਿਆ ਕਿ ਸਾਨੂੰ ਪ੍ਰਚਾਰ ਕਰਨ ਵਾਲੇ ਵੀ ਕਹਿ ਦਿੰਦੇ ਬਹੁਤੀ ਬਾਣੀ ਪੜ੍ਹਨ ਦੀ ਲੋੜ ਨਹੀਂ ਪੈਂਦੀ। ਬਾਣੀ ਵਾਰ-ਵਾਰ ਪੜ੍ਹੋ, ਮਨ ਦੀ ਇਕਾਗਰਤਾ ਨਾਲ ਪੜ੍ਹੋ। ਬਾਣੀ ਦੇ ਵਿੱਚੋਂ ਸਮੁੱਚੇ ਸਾਧ ਸੰਗਤ ਜੀ ਪਦਾਰਥ ਪ੍ਰਾਪਤ ਹੋਣਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇੱਕ ਬਖਸ਼ਿਸ਼ ਹੈ। ਅਸੀਂ ਸਤਿਗੁਰੂ ਕੋਲੋਂ ਪ੍ਰਾਪਤ ਕੀ ਕਰਨਾ ਹੈ? ਸਾਡੀ ਮੰਗ ਜਿਹੜੀ ਹੈ ਕੇਵਲ ਦੁਨਿਆਵੀ ਚੀਜ਼ਾਂ ਮੰਗਣ ਤੱਕ ਰਹਿ ਗਈ ਹੈ। ਮਾਫ ਕਰਨਾ, ਅਸੀਂ ਮੰਗਣਾ ਤੇ ਸਤਿਗੁਰੂ ਕੋਲੋਂ ਹੀ ਹੈ, ਪਰ ਕੁਝ ਐਸਾ ਦਾਨ ਵੀ ਪ੍ਰਾਪਤ ਕਰ ਲਈਏ ਜਿਹਦੇ ਕਰਕੇ ਸਾਨੂੰ ਦੁਬਾਰਾ ਲੋੜ ਨਾ ਪੈ ਜਾਵੇ, ਤ੍ਰਿਪਤ ਹੋ ਜਾਈਏ। ਉਹ ਕਿਹੜੀ ਦਾਤ ਹੈ? ਉਹ ਮੁਕਤੀ ਦੀ ਦਾਤ ਹੈ। ਸਭ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਰਤਨ ਹੈ। ਉਹ ਕਿਹੜਾ ਰਤਨ ਹੈ? ਮੁਕਤੀ ਦਾ ਰਤਨ। ਮੁਕਤ ਹੋਣ ਦੀ ਗੱਲ ਹੈ, ਕਿਉਂਕਿ ਪਰਮੇਸ਼ਰ ਦੇ ਨਾਮ ਦੀ ਗੱਲ ਹੈ, ਉਸ ਨਾਮੀ ਦੀ ਗੱਲ ਹੈ, ਵਾਹਿਗੁਰੂ ਤੇ ਰੱਬ ਦੇ ਭਗਤਾਂ ਦੀ ਗੱਲ ਹੈ। ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਹ ਦਾਤ ਕਬੀਰ ਸਾਹਿਬ ਨੂੰ ਪ੍ਰਾਪਤ ਹੋਈ। ਉਹਨਾਂ ਨੇ ਕਿਹਾ ਗੁਰ ਚਰਨ ਲਾਗ ਹਮ ਬਿਨਵਤਾ, ਪੂਛਤ ਕਹਿ ਜੀਓ ਪਾਇਆ। ਕਵਨ ਕਾਜ ਜਗ ਉਪਜੈ, ਬਿਨਸੈ ਕਹੋ ਮੋਹਿ ਸਮਝਾਇਆ। ਦੇਵ ਕਰੋ ਦਇਆ, ਮੋਹਿ ਮਾਰਗ ਲਾਵੋ, ਜਿਤ ਭੈ ਬੰਧਨ ਟੂਟੈ। ਕਹਿੰਦੇ ਗੁਰੂ ਦੇ ਚਰਨਾਂ ਵਿੱਚ ਮੈਂ ਆ ਕੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਕਰੋ। ਇਹ ਜੀਵ ਪੈਦਾ ਹੀ ਕਿਉਂ ਕੀਤਾ ਹੈ? ਸੰਸਾਰ ਤੇ ਅਸੀਂ ਪੈਦਾ ਹੀ ਕਿਉਂ ਹੋਏ?
ਬਹੁਤ ਜ਼ਿਆਦਾ ਦੁਨੀਆ ਦੀ ਉਹ ਗਿਣਤੀ ਹੈ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਸੰਸਾਰ ਤੇ ਜੰਮਣੀ ਕਿਉਂ ਆਇਆ ਸਾਡਾ, ਪ੍ਰਯੋਜਨ ਹੀ ਨਹੀਂ ਪਤਾ ਲੱਗਾ ਕਿ ਕਿਉਂ ਆਏ। ਰਹਿ ਰਾਸ ਭਾਵੇਂ ਅਸੀਂ ਗੁਰੂ ਸਾਹਿਬ ਦੀ ਰੋਜ਼ ਸੁਣਦੇ ਆ, ਪੜ੍ਹਦੇ ਵੀ ਆ, ਪਰ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਨੁੱਖ ਤੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਖਸ਼ਿਸ਼। ਇਹ ਇੱਕੋ ਮੌਕਾ ਹੀ ਮਿਲਿਆ, ਦੁਬਾਰਾ ਨਹੀਂ ਮਿਲਣਾ। ਫਿਰ 84 ਚ ਭੜਕਦਾ ਫਿਰ ਗੁਰ ਚਰਨ ਲਾਗ ਹਮ ਬਿਨਵਤਾ ਪੂਛਤ ਕਹਿ ਜੀਉ ਪਾਇਆ। ਇਹ ਜੀਵ ਆਤਮਾ ਪੈਦਾ ਕਿਉਂ ਹੋਈ ਹੈ, ਇਹ ਸਰੀਰ ਹੀ ਕਿਉਂ ਸਾਜਿਆ ਹੈ ਵਾਹਿਗੁਰੂ। ਕਵਣ ਕਾਜ ਜਗ ਉਪਜੈ ਬਿਲਸੈ ਕਹੋ ਮੋਹਿ ਸਮਝਾਇਆ। ਇਹ ਸੰਸਾਰ ਜੰਮਦਾ ਕਿਉਂ ਤੇ ਇਸ ਤੋਂ ਜਾਂਦਾ ਕਿਉਂ ਹੈ, ਮੁਕਦਾ ਕਿਉਂ ਹੈ। ਦੇਵ ਕਰੋ ਦਇਆ ਮੋਹਿ ਮਾਰਗ ਲਾਵੋ। ਜਿਤ ਭੈ ਬੰਧਨ ਟੂਟੇ ਮੇਰੇ ਤੇ ਕਿਰਪਾ ਕਰੋ। ਇਹ ਰਹਿਮਤ ਕਰੋ ਆ ਸੰਸਾਰ ਦਾ ਬੰਧਨ ਟੁੱਟ ਜਾਵੇ, ਮੁਕਤ ਹੋ ਜਾਵਾਂ। ਤੇ ਸੱਚੇ ਪਾਤਸ਼ਾਹ ਜੀ ਦੇ ਜਦੋਂ ਤੁਸੀਂ ਇਤਿਹਾਸ ਨੂੰ, ਗੁਰਬਾਣੀ ਨੂੰ ਵਾਚੋਗੇ, ਜੀਵਨ ਦੇ ਵਿੱਚ ਲਿਆਓਗੇ, ਫਿਰ ਪਤਾ ਲੱਗੇਗਾ ਕਿ ਇਹ ਦਾਤ ਮਿਲਣੀ ਕਿੱਥੋਂ ਹੈ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਇੱਕ ਸਿੱਖ ਮਿਲਿਆ ਜਿਹਦਾ ਨਾਮ ਹੈ ਭਾਈ ਮਨਸੁਖ ਸ਼ਾਹੂਕਾਰ। ਮਨਸੁਖ ਭਾਵ ਕਿ ਜਿਹਦੇ ਅੰਦਰ ਹਿਰਦੇ ਦੇ ਵਿੱਚ ਸੁੱਖ ਭਰਿਆ ਹੈ। ਸਾਡੇ ਕੋਲ 2 ਘੜੀਆਂ ਦਾ ਸੁੱਖ ਹੈ, 4 ਦਿਨਾਂ ਦਾ ਸੁੱਖ ਹੈ, ਜ਼ਿੰਦਗੀ ਦਾ ਸੁੱਖ ਨਹੀਂ। ਜਿੱਧਰ ਵੀ ਦੇਖੋ ਉੱਧਰ ਹੀ ਲੋਕ ਦੁਨੀਆ 'ਚ ਦੁਖੀ ਨਜ਼ਰ ਆਉਂਦੀ ਹੈ। ਸਤਿਗੁਰੂ ਦੇ ਕੋਲ ਆਇਆ ਮਹਾਰਾਜ ਸੱਚੇ ਪਾਤਸ਼ਾਹ, ਮੈਂ ਮੁਕਤ ਹੋਣਾ ਚਾਹੁੰਦਾ, ਸੰਸਾਰ ਤੋਂ ਮੁਕਤੀ ਦੇ ਦਿਓ। ਅਸੀਂ ਦੁਨਿਆਵੀ ਚੀਜ਼ਾਂ ਬਹੁਤ ਮੰਗਦੇ, ਕਿਤੇ ਸਤਿਗੁਰੂ ਕੋਲੋਂ ਇਹ ਦਾਤ ਮੰਗਿਆ ਕਰੋ ਕਿ ਸੰਸਾਰ ਤੋਂ ਪਾਰ ਉਤਾਰਾ ਕਿੱਦਾਂ ਹੋਣਾ ਹੈ। ਸੰਗਤ ਦਾ ਅਸਲ ਦੇ ਵਿੱਚ ਪ੍ਰਯੋਜਨ ਹੀ ਹੁੰਦਾ, ਸੰਗਤ ਵਿੱਚ ਮੰਗੀ ਦੀ ਇਹ ਦਾਤ ਹੈ। ਮਨਸੁਖ ਸ਼ਾਹੂਕਾਰ ਨੇ ਇਹ ਦਾਤ ਮੰਗੀ, ਮਹਾਰਾਜ ਇਹ ਬਖਸ਼ਿਸ਼ ਕਿੱਦਾਂ ਹੋਵੇ। ਸਤਿਗੁਰੂ ਕਹਿੰਦੇ ਅੰਮ੍ਰਿਤ ਵੇਲੇ ਉੱਠਣਾ, ਸੰਗਤ ਕਰਨੀ, ਨਾਮ ਜਪਣਾ, ਤੇ ਫਿਰ ਕੋਈ ਜੇ ਲੋੜਵੰਦ, ਕੋਈ ਭੁੱਖਾ, ਕੋਈ ਨੰਗਾ, ਕੋਈ ਅਰਥੀਆ ਮਿਲ ਜਾਵੇ, ਉਹਦੀ ਵੀ ਮਦਦ ਜਥਾ ਸ਼ਕਤ ਕਰਨੀ ਹੈ। ਇਹ ਸਾਰੀਆਂ ਚੀਜ਼ਾਂ ਧਾਰਨ ਕਰੀ ਗੁਰਸਿੱਖਾ। ਪਰ ਇੱਕ ਮਹਾਰਾਜ ਕਹਿੰਦੇ ਹਉਮੈ ਤਜਨ ਨਾਮ ਲਿਵ ਲਾਵਣ ਭਾਣਾ ਮੰਨਣ ਪੰਥ ਇਹ ਪਾਵਨ। 3 ਚੀਜ਼ਾਂ ਤੇ ਮੁਕਤੀ ਦੀ ਜਿਹੜਾ ਸਿਧਾਂਤ ਖੜਿਆ ਹੈ। ਸਭ ਤੋਂ ਤੇ ਪਹਿਲਾਂ ਕੀ ਕਰਨਾ ਹੈ, ਹਉਮੈ ਨੂੰ ਛੱਡਾ ਸੀ। ਹੁਣ ਹਉਮੈ ਦਾ ਜਿੰਨਾ ਚਿਰ ਤਿਆਗ ਨਹੀਂ, ਉਹਨਾਂ ਚਿਰ ਸਤ ਸੰਗਤ ਜੀ ਕੋਈ ਪਦਾਰਥ ਗੁਰਬਾਣੀ ਦਾ ਪੱਲੇ ਨਹੀਂ ਪਵੇਗਾ। ਕਿੰਨਾ ਕਿੰਨਾ ਚਿਰ ਹੋ ਗਿਆ ਅਜੇ ਤੱਕ ਕਹਿੰਦੇ ਇੱਕ ਪੰਕਤੀ ਵੀ ਸਮਝ ਨਹੀਂ ਲੱਗੀ ਸਾਨੂੰ। ਕਾਰਨ ਕੀ ਬਣਿਆ ਕਿ ਅਜੇ ਹਉਮੈ ਅੰਦਰੋਂ ਜਾ ਨਹੀਂ ਰਹੀ। ਹਉਮੈ ਕਾਹਦੀ ਨਹੀਂ ਜਾਂਦੀ, ਕਹਿੰਦੇ ਹਉਮੈ ਛੱਡ ਦਿੱਤੀ। ਕਬੀਰ ਸਾਹਿਬ ਜੀ ਕਹਿਣ ਲੱਗੇ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲੇ। ਇਹ ਹਉਮੈ ਨੇ ਤੇ ਇੰਨੇ ਦੁਨੀਆ ਨੂੰ ਖਰਾਬ ਕਰ ਦਿੱਤਾ ਹੈ। ਕਹਿੰਦੇ ਮਾਇਆ ਛੱਡ ਦਿੱਤੀ, ਪਰ ਮਾਇਆ ਛੱਡਣ ਦਾ ਅਭਿਮਾਨ ਨਹੀਂ ਛੱਡਦਾ। ਤਿਆਗ ਕੀਤਾ ਹੈ, ਜਿਹੜੇ ਤਿਆਗ ਦੀ ਪਦਵੀ ਦਾ ਜਿਹੜਾ ਹੰਕਾਰ ਲੈ ਲਿਆ ਕਿ ਮੈਂ ਤਿਆਗੀ ਹੋ ਗਿਆ, ਉਹ ਅਜੇ ਨਹੀਂ ਮਨ ਵਿੱਚੋਂ ਜਾਂਦਾ। ਇੱਕ ਹੋਰ ਭਗਤ ਰਵਿਦਾਸ ਸਾਹਿਬ ਜੀ ਨੇ ਬੜਾ ਸੋਹਣਾ ਸਮਝਾਇਆ ਹੈ। ਕਹਿ ਲੱਗੇ ਕਿ ਦੁਨੀਆ ਦੇ ਵਿੱਚੋਂ ਇਹ ਮੱਤ ਨਹੀਂ ਜਾਂਦੀ ਸਾਡੀ। ਧਰਮ ਤੇ ਚੱਲਣ ਵਾਲੇ ਬਹੁਤ ਲੋਕ ਹੁੰਦੇ ਨੇ, ਪਰ ਪ੍ਰਾਪਤੀ ਕਿਸੇ ਇੱਕ ਨੂੰ ਹੁੰਦੀ ਹੈ, ਕੋਈ ਵਿਰਲੇ ਹੀ ਹੁੰਦੇ। ਸੱਚੇ ਪਾਤਸ਼ਾਹ ਕਹਿੰਦੇ ਉਹ ਕਰੋੜਾਂ ਵਿੱਚੋਂ ਇੱਕ ਹੈ। ਸਕੂਲਾਂ ਵਿੱਚ ਬਹੁਤ ਵਿਦਿਆਰਥੀ ਇਕੱਠੇ ਪੜ੍ਹਦੇ ਨੇ, ਕਾਮਯਾਬੀ ਕੋਈ ਵਿਰਲਾ ਹੀ ਹਾਸਲ ਕਰਦਾ ਹੈ। ਬਹੁਤੇ ਤੇ ਖਾਲੀ ਡਿਗਰੀਆਂ ਹੀ ਚੁੱਕੀ ਫਿਰਦੇ ਨੇ, ਤੇ 5 7 10 ਹਜ਼ਾਰ ਤੇ ਅੱਜ ਕੱਲ ਬੱਚੇ ਲੱਗੇ ਨੇ। ਕੋਈ ਵਿਰਲਾ ਹੀ ਉੱਚੀ ਪਦਵੀ ਤੇ ਪਹੁੰਚਦਾ ਹੈ। ਕਾਰਨ ਕੀ, ਰਵਿਦਾਸ ਭਗਤ ਸਾਹਿਬ ਕਹਿਣ ਲੱਗੇ ਕਿ ਮੇਰੇ ਮਨ ਦੇ ਵਿੱਚ ਇਹ ਚੱਲਦਾ ਕਿ ਮੈਂ ਗਿਆਨੀ ਬਹੁਤ ਵੱਡਾ ਹਾਂ, ਮੇਰੇ ਵਰਗਾ ਕੋਈ ਗੁਣੀ ਬੰਦਾ ਨਹੀਂ ਹੈ, ਮੇਰੇ ਵਰਗਾ ਕੋਈ ਸੂਰਬੀਰ ਹੀ ਨਹੀਂ ਹੈ, ਮੇਰੇ ਵਰਗਾ ਪੰਡਤ ਕੋਈ ਨਹੀਂ, ਕੋਈ ਸੰਨਿਆਸੀ ਕੋਈ ਨਹੀਂ, ਜੋਗੀ ਕੋਈ ਨਹੀਂ ਹੈ। ਤੇ ਇਸ ਕਰਕੇ ਕਹਿੰਦੇ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ। ਪਰਮੇਸ਼ਰ ਦਾ ਜਿੰਨਾ ਵੀ ਨਾਮ ਅਸੀਂ ਜਪਦੇ, ਜੇ ਸਤਿਗੁਰੂ ਕਿਰਪਾ ਕਰੇ ਹਉਮੈ ਦੀ ਨਿਵਰਤੀ ਹੋਵੇ ਤੇ ਫਿਰ ਹਿਰਦੇ ਵਿੱਚ ਵਸੇਗਾ। ਤਾਂ ਹੀ ਸਤਿਗੁਰੂ ਨੇ ਕਿਹਾ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਕਥਾਏ। ਦੋਵੇਂ ਚੀਜ਼ਾਂ ਇੱਕ ਜਗ੍ਹਾ ਨਹੀਂ ਵਸਦੀਆਂ। ਹਉਮੈ ਦਾ ਜੇਕਰ ਭਾਵ ਬਣਿਆ ਹੋਇਆ ਹੈ, ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬ ਹੈ ਨਾ ਨਾਸੀ।
ਇਹ ਬੁੱਧੀ ਜਿਹੜੀ ਹੈ ਮਨ ਵਿੱਚ ਹਉਮੈ ਦਾ ਭਾਵ ਤੇ ਤਿਆਗ ਦਾ ਹੀ ਨਹੀਂ ਹੈ। ਸਤਿਗੁਰੂ ਕਹਿੰਦੇ ਪਹਿਲਾਂ ਹਉਮੈ ਨੂੰ ਛੱਡ, ਹਉਮੈ ਤਜਨ ਨਾਮ ਲਿਵ ਲਾਵਣ ਭਾਣਾ ਮੰਨਣ ਪੰਥ ਇਹ ਪਾਵਨ। ਫਿਰ ਨਾਮ ਜਪ ਤੇ ਫਿਰ ਪਰਮੇਸ਼ਰ ਦੇ ਭਾਣੇ ਦੇ ਵਿੱਚ ਰਹਿਣਾ ਸਿੱਖ ਤੈਨੂੰ ਪ੍ਰਾਪਤੀ ਹੋਵੇਗੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਦੇ ਕੋਲ ਬੁਰਹਾਨਪੁਰ ਦੀ ਸੰਗਤ ਆਈ ਚੱਲ ਕਰਕੇ ਸੁਣੀ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਪ ਤਪ ਤੇ ਬਹੁਤ ਕਮਾਉਂਦੇ ਆ, ਨਾਮ ਵੀ ਜਪਦੇ ਆ, ਪਰ ਹਉਮੈ ਗਲੋਂ ਨਹੀਂ ਸਾਡੇ ਲੈਂਦੀ ਪਈ, ਕਰੀਏ ਕੀ ਅਸੀਂ? ਇਹ ਕਿੱਦਾਂ ਦੂਰ ਹੋਵੇਗੀ? ਸਤਿਗੁਰੂ ਕਹਿੰਦੇ ਸਾਰਾ ਕੁਝ ਕਰਦੇ ਹੋਏ ਵੀ ਆਪਣੇ ਆਪ ਨੂੰ ਕੁਝ ਨਾ ਕਰਦੇ ਹੋਏ ਮੰਨਿਆ ਕਰੋ, ਇਹੋ ਹੀ ਵੱਡਾ ਫਾਰਮੂਲਾ ਹੈ। ਸਤਿਗੁਰੂ ਕਹਿੰਦੇ ਨਾ ਹੋ ਜਤੀ ਸਦੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਨਾ। ਸਾਰਾ ਕੁਝ ਸਿੱਖ ਕਰਦਾ ਹੋਇਆ ਵੀ ਆਖੇ ਕਿ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ ਸਾਡੀ ਤੇ ਕੋਈ ਗਿਣਤੀ ਨਹੀਂ ਕੀੜਿਆਂ ਦੀ। ਜੇ ਤੁਸੀਂ ਕਿਰਪਾ ਕਰੋ ਨਿਵਾਜ ਦਿਓ ਤੇ ਕਿਸੇ ਖਾਤੇ ਵਿੱਚ ਪੈ ਸਕਦੇ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਹਉ ਤਿਸ ਵਿਟੋਂ ਵਾਰਿਆ, ਮਾਣ ਹੁੰਦੇ ਹੋਏ ਨਿਮਾਣਾ, ਹਉ ਤਿਸ ਵਿਟੋਂ ਵਾਰਿਆ, ਤਾਣ ਹੁੰਦੇ ਜੋ ਹੋਏ ਨਿਤਾਣਾ। ਮੈਂ ਉਸ ਸਿੱਖ ਤੋਂ ਕੁਰਬਾਨ ਜਾਂਦਾ ਜਿਹੜਾ ਵਡਿਆਈ ਹੁੰਦਿਆ ਹੋਇਆ ਵੀ ਗਰੀਬੜਾ ਜਿਹਾ ਬਣ ਕੇ ਰਹਿੰਦਾ, ਨਿਮਾਣਾ ਜਿਹਾ ਬਣ ਕੇ ਰਹਿੰਦਾ ਕਿ ਮੈਨੂੰ ਤੇ ਪਤਾ ਹੀ ਕੁਛ ਨਹੀਂ ਹੈ। ਗੁਰਸਿੱਖੀ ਨਿਮਰਤਾ ਨਾਲ ਹੀ ਹਿਰਦੇ ਵਿੱਚ ਟਿਕੇਗੀ। ਸਤਿਗੁਰੂ ਕਹਿੰਦੇ ਪਹਿਲਾਂ ਹਉਮੈ ਨੂੰ ਬਾਹਰ ਕੱਢੋ, ਫਿਰ ਤੁਹਾਡਾ ਜਪ ਤਪ ਸਫਲ ਹੋਏਗਾ। ਇਹ ਤਾਂ ਹੀ ਨਹੀਂ ਸਫਲ ਹੋਏਗਾ। ਸਤਿਗੁਰੂ ਕਹਿੰਦੇ ਉਹ ਗੱਲ ਹੋ ਗਈ, ਇੱਕ ਪੰਡਤ ਸੀ, ਪੰਡਤ ਦੇ ਕੋਲ ਇੱਕ ਬੰਦਾ ਭੱਜ ਕੇ ਆਇਆ ਦੌੜ ਕੇ, ਕਹਿੰਦਾ ਤੁਸੀਂ ਬੜੇ ਸਿਆਣੇ ਸੂਝਵਾਨ ਹੋ। ਛੇਵੇਂ ਪਾਤਸ਼ਾਹ ਜੀ ਨੇ ਦ੍ਰਿਸ਼ਟਾਂਤ ਦਿੱਤਾ ਹੈ, ਤੁਸੀਂ ਬਹੁਤ ਜ਼ਿਆਦਾ ਸਿਆਣੇ ਹੋ ਪੰਡਤ ਜੀ। ਮੇਰੇ ਖੂਹ ਦੇ ਵਿੱਚ ਬਿੱਲੀ ਡਿੱਗ ਪਈ ਹੈ ਤੇ ਮਰ ਗਈ ਹੈ, ਖੂਹ ਦੇ ਸਾਰੇ ਪਾਣੀ ਦੇ ਵਿੱਚੋਂ ਬਦਬੂ ਆਉਣ ਲੱਗ ਪਈ ਹੈ, ਬਦਬੂ, ਕੀ ਕਰਾਂ? ਪੰਡਤ ਕਹਿੰਦਾ ਸਿਆਣਾ ਵਾ, ਏਦਾਂ ਕਰ ਇੱਕ ਤੇ ਬਿੱਲੀ ਬਾਹਰ ਕੱਢ ਤੇ ਫਿਰ 1000 ਡੋਲ ਪਾਣੀ ਦਾ ਬਾਹਰ ਰੋੜ ਦੇ ਜੇ ਖੂਹ ਦੀ ਸਫਾਈ ਕਰਨੀ। ਕਹਿੰਦਾ ਠੀਕ ਹੈ, ਗਿਆ ਪਹਿਲਾਂ 1000 ਡੋਲ ਪਾਣੀ ਦਾ ਬਾਹਰ ਸੁੱਟ ਦਿੱਤਾ, ਚੇਤਾ ਭੁੱਲ ਗਿਆ ਵੀ ਬਿੱਲੀ ਵੀ ਕੱਢਣੀ ਸੀ ਮਰੀ ਹੋਈ। ਕੋਲ ਆ ਗਿਆ, ਕਹਿੰਦਾ ਪੰਡਤ ਜੀ ਕਾਹਦੀ ਗੱਲ ਦੱਸੀ ਹੈ? ਉਹ ਤੇ ਉਦਾਂ ਹੀ ਪਾਣੀ ਖਰਾਬ ਹੈ। ਕਹਿੰਦਾ ਏਦਾਂ ਕਰ 1000 ਡੋਲ ਕੱਢ ਦੇ, ਵਾਹਿਗੁਰੂ 1 ਲੱਖ ਡੋਲ ਭਰ ਕੇ ਬਾਹਰ ਪਾਣੀ ਦਾ ਸੁੱਟ ਦੇ। ਫਿਰ ਆ ਗਿਆ, ਕਹਿੰਦਾ ਇਹ ਵੀ ਕਰ ਲਿਆ ਹੈ। ਪੰਡਤ ਕਹਿੰਦਾ ਮੈਂ ਤੇਰੇ ਨਾਲ ਚੱਲਦਾ, ਤੂੰ ਮੈਨੂੰ ਲੱਗਦਾ ਕੁਝ ਠੀਕ ਨਹੀਂ ਕਰ ਰਿਹਾ। ਸਤਿਗੁਰੂ ਛੇਵੇਂ ਪਾਤਸ਼ਾਹ ਦਾ ਇਹ ਦ੍ਰਿਸ਼ਟਾਂਤ ਇਤਿਹਾਸ ਵਿੱਚ ਪੜ੍ਹਦੇ ਹੋ। ਮਹਾਰਾਜ ਦੇ ਸਿੱਖਾਂ ਨੂੰ ਸਮਝਾਇਆ, ਕਹਿਣ ਲੱਗੇ ਪੰਡਤ ਨਾਲ ਗਿਆ, ਕਹਿੰਦਾ ਮੂਰਖਾ ਪਹਿਲਾਂ ਬਿੱਲੀ ਬਾਹਰ ਕੱਢ ਪਾਣੀ ਫੇਰ ਕੱਢੀ ਤੂੰ। ਫਿਰ ਜਦੋਂ ਉਹ 1000 ਡੋਲ ਹੀ ਕੱਢ ਲਿਆ, ਬਿੱਲੀ ਪਹਿਲਾਂ ਨਿਕਲ ਗਈ ਸੀ ਪਾਣੀ ਵਿੱਚੋਂ, ਬਦਬੂ ਖਤਮ ਹੋ ਗਈ ਹੈ। ਬਦਬੂ ਕਾਹਦੀ ਆਉਂਦੀ? ਅੰਦਰੋਂ ਹਉਮੈ ਦਾ ਭਾਵ ਨਹੀਂ ਅਸੀਂ ਤਿਆਗਦੇ, ਹਉਮੈ ਉਦਾਂ ਹੀ ਬਣੀ ਹੋਈ ਹੈ। ਪਹਿਲਾਂ ਤੇ ਹਉਮੈ ਕੇਵਲ ਦੂਜੀਆਂ ਗੱਲਾਂ ਦੀ ਸੀ, ਹੁਣ ਹੰਕਾਰ ਹੋ ਗਿਆ, ਮੈਂ ਹੁਣ ਨਾਮ ਜਪਣ ਵਾਲਾ ਰਸੀਆ ਬਣ ਗਿਆ, ਦਿਖਾ ਦਿਖਾ ਕੇ ਕਰਦਾ, ਮੈਂ ਤੇ ਨਿਤਨੇਮ ਛੱਡਦਾ ਹੀ ਨਹੀਂ। ਜਿੱਦਣ ਇਹ ਭਾਵ ਜਿਹੜਾ ਰਹੇਗਾ, ਫਿਰ ਉਦਣ ਸਤਸੰਗ ਦੀ ਗੱਲ ਨਹੀਂ ਬਣਦੀ। ਪਹਿਲਾ ਸਤਿਗੁਰੂ ਕਹਿੰਦੇ ਮਨ ਸੁਖ ਸਾਹੂਕਾਰ ਹਉਮੈ ਨੂੰ ਤਿਆਗ। ਹਉਮੈ ਤੇ ਮਹਾਰਾਜ ਨੇ ਕਿਹਾ ਹਉਮੈ ਦੀਰਘ ਰੋਗ ਹੈ, ਇਹ ਬੜਾ ਵੱਡਾ ਦੀਰਘ ਲੰਮਾ ਰੋਗ ਹੈ, ਇਹ ਛੁੱਟਦਾ ਨਹੀਂ। ਇਹ ਤਾਂ ਸਤਿਗੁਰੂ ਪੂਰਨ ਸਤਿਗੁਰੂ ਕਿਰਪਾ ਕਰੇ ਤੇ ਬਖਸ਼ਿਸ਼ ਹੁੰਦੀ ਹੈ ਮਹਾਰਾਜ ਦੀ। ਹਉਮੈ ਰੋਗ ਉਤਾਰਦਾ ਸਤਿਗੁਰ ਪੂਰਾ ਕਰੈ ਤਬੀਬੀ। ਭਾਈ ਗੁਰਦਾਸ ਕਹਿੰਦੇ ਹਉਮੈ ਦੇ ਰੋਗ ਨੂੰ ਪੂਰਨ ਸਤਿਗੁਰੂ ਕੱਟਦਾ, ਜਿਹੜਾ ਪੂਰਾ ਤਬੀਬ ਹੈ, ਵੈਦ ਹੈ। ਇਹ ਆਮ ਕੋਲੋਂ ਗੱਲ ਨਹੀਂ ਬਣਨ ਵਾਲੀ। ਸਧਾਰਨ ਗੁਰੂ ਇੱਥੇ ਕੋਈ ਕੰਮ ਨਹੀਂ ਕਰੇਗਾ। ਇਸ ਕਰਕੇ ਅੰਤ ਕਲਾ ਹੋਏ ਠਾਕੁਰ ਚੜਿਆ। ਗੁਰੂ ਨਾਨਕ ਸਾਹਿਬ ਜੀ ਸਰਬ ਕਲਾ ਸੰਪੰਨ ਗੁਰੂ ਨੇ ਸਿੱਖਾਂ ਦੇ, ਪੂਰਨ ਗੁਰੂ। ਐਵੇਂ ਤੁਸੀਂ ਕੱਚੇ ਪਿਲਿਆਂ ਦੇ ਮਗਰ ਨਾ ਜਾਇਆ ਕਰੋ। ਗੁਰੂ ਨਾਨਕ ਸਾਹਿਬ ਨੇ ਜਿਹਨੂੰ ਗੁਰੂ ਮੰਨ ਲਿਆ, ਉਹਨੇ ਕਿਸੇ ਦੀ ਉਹਨੂੰ ਲੋੜ ਨਹੀਂ ਹੈ। ਮਹਾਰਾਜ ਕਹਿਣ ਲੱਗੇ
ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣਿਆਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸਤਿਗੁਰੂ ਪੂਰੇ ਦੀ ਨਿਸ਼ਾਨੀ ਕੀ ਹੈ ਕਿ ਗੁਣਾਂ ਦੇ ਖਜ਼ਾਨੇ ਨੇ ਸਮੁੰਦਰ ਦੀ ਤਰ੍ਹਾਂ। ਇਹਨਾਂ ਤੇ ਬਖਸ਼ਿਸ਼ ਕਰਕੇ ਜਿਨ੍ਹਾਂ ਵਿੱਚ ਗੁਣ ਕੋਈ ਨਹੀਂ ਸੀ, ਔਗਣ ਆਰਿਆਂ ਨੂੰ ਬਖਸ਼ ਦਿੱਤਾ ਹੈ, ਉਹਨਾਂ ਤੇ ਵੀ ਦਇਆ ਕਰ ਦਿੱਤੀ ਤੇ ਪੰਜੇ ਰੋਗ ਅਸਾਧ ਨਿਵਾਰੇ। ਕਹਿੰਦੇ ਸਤਿਗੁਰ ਪੂਰਾ ਵੈਦ ਹੈ, ਡਾਕਟਰ ਪੂਰਾ ਗੁਰੂ ਹੀ ਹੈ। ਇਹਨੇ ਪੰਜੇ ਰੋਗ ਸਤਿਗੁਰੂ ਨੇ ਸਾਡੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਿਵਰਤ ਕਰ ਦਿੱਤਾ। ਕਾਮ, ਕ੍ਰੋਧ, ਲੋਭ, ਮੋਹਿ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀ। ਮੁਕਤੀ ਦੇ ਦਿੱਤੀ ਹੈ ਸਤਿਗੁਰੂ ਨੇ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪੌਂਟਾ ਸਾਹਿਬ ਦੀ ਧਰਤੀ ਤੇ ਉੱਥੇ ਕਵੀਆਂ ਦਾ ਸੰਮੇਲਨ ਸਤਿਗੁਰੂ ਕਰਾਉਂਦੇ ਨੇ ਤੇ ਅਹਿਲਾ ਦਰਜੇ ਦੇ, ਉੱਤਮ ਦਰਜੇ ਦੇ, ਦੁਨੀਆ ਦੇ ਮੰਨੇ ਹੋਏ ਕਵੀ ਜਨ ਸਤਿਗੁਰੂ ਕੋਲ ਆ ਕੇ ਸਤਿਗੁਰੂ ਦੀ ਉਸਤਤ ਪੜ੍ਹਦੇ ਤੇ ਕੁਝ ਕਵਿਤਾਵਾਂ ਉਹ ਸਤਿਗੁਰੂ ਨੂੰ ਸੁਣਾਉਂਦੇ ਤੇ ਮੂੰਹ ਮੰਗਿਆ ਮਾਣ ਉਹਨਾਂ ਨੂੰ ਸਤਿਗੁਰੂ ਦੇ ਦਿੰਦੇ। ਜੋ ਚਾਹੀਦਾ ਸਤਿਗੁਰੂ ਦੇ ਖਜ਼ਾਨੇ ਵਿੱਚੋਂ ਮਿਲਦਾ। ਗੱਲ ਹਉਮੈ ਦਾ ਪ੍ਰਕਰਨ ਚੱਲ ਰਿਹਾ ਕਿ ਹੰਕਾਰ ਕਿੱਥੋਂ ਤੱਕ ਬੰਦੇ ਨੂੰ ਲੈ ਚੱਲਦਾ ਹੈ। ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਇੱਕ ਚੰਦਨ ਕਵੀ ਹੋਇਆ, ਇਹਨਾਂ ਨੇ ਆਪਣੇ ਕੁਝ ਗ੍ਰੰਥ ਵੀ ਲਿਖੇ ਨੇ ਪੁਰਾਣੇ, ਉਹ ਬੜੇ ਕੀਮਤੀ ਨੇ, ਮਿਲਦੇ ਨਹੀਂ ਨੇ, ਪੁਰਾਣੇ ਛਾਪੇ ਨੇ। ਕੋਈ ਅੱਜ ਕੱਲ੍ਹ ਗ੍ਰੰਥ ਪੜ੍ਹਨ ਦਾ ਸ਼ੌਂਕ ਕਿਹਨੂੰ ਰਹਿ ਗਿਆ। ਸਾਡੇ ਹੱਥ ਵਿੱਚ ਲੱਖ ਰੁਪਈਏ ਦਾ ਫੋਨ ਉਸੇ ਵੇਲੇ ਆ ਜਾਂਦਾ, ਐਪਲ ਵਾਲੇ ਕੱਢਦੇ ਬਾਅਦ ਤੇ ਸਾਡੇ ਕੋਲ ਹੁੰਦਾ ਬਾਅਦ, ਪਹਿਲਾਂ ਆ ਜਾਂਦਾ। 6 ਮਹੀਨਿਆਂ ਨੂੰ ਵੇਚ ਕੇ ਦੇਖੋ ਕਿਸੇ ਨੇ 20,000 ਦਾ ਨਹੀਂ ਪੁੱਛਣਾ, ਲੱਖ ਦਾ ਫੋਨ। 10,000 ਦੀਆਂ ਕਿਤਾਬਾਂ ਲੈ ਲਓ, ਤੁਹਾਡਾ ਘਰ ਭਰ ਜਾਏਗਾ। ਉਹ ਘਟਣੀਆਂ ਹੀ ਨਹੀਂ ਹੈ ਤੇ ਸਾਰੀ ਜ਼ਿੰਦਗੀ ਤੁਸੀਂ ਵੀ ਪੜ੍ਹ ਲਿਓ, ਬੱਚਿਆਂ ਨੂੰ ਵੀ ਪੜ੍ਹਾ ਲਿਓ। ਪੜ੍ਹਦੇ ਨਹੀਂ ਅਸੀਂ, ਇਹ ਸਾਡੇ ਵਿੱਚ ਇੱਕ ਵੱਡੀ ਪੂਰਤਾਈ ਹੈ। ਜਿੰਨਾ ਪੜ੍ਹੋਗੇ ਉਨੇ ਤੁਹਾਡੀ ਵਿਦਵਤਾ ਵਧੇਗੀ, ਤੁਹਾਨੂੰ ਕੁਝ ਸਮਝ ਪਏਗੀ। ਕਿੰਨਾ ਗੁਰਮਤਿ ਦਾ ਸਹਿਤ ਪਿਆ ਹੈ ਤੇ ਤਰਾਸਦੀ ਹੈ ਕਿ 1100 ਤੋਂ ਗਿਣਤੀ ਤੋਂ ਵੱਧ ਕੋਈ ਕਿਤਾਬ ਨਹੀਂ ਛਪਦੀ ਸਾਡੇ ਧਰਮ। ਜਦੋਂ ਪ੍ਰੈਸ ਤੇ ਜਾਂਦੇ ਕਿੰਨੀਆਂ ਛਾਪੀਏ, ਸਾਰੇ ਕਹਿੰਦੇ 1000-1100 ਛਾਪ ਦਿਓ, ਇੰਨੀ ਮਸਾਂ ਵਿਕਣੀ ਹੈ। ਬਹੁਤੀਆਂ ਤੇ ਫ੍ਰੀ ਚ ਵੰਡਦੇ ਫਿਰਦੇ ਹੁੰਦੇ ਵੀ ਆ ਲੈ ਲਓ, ਪੜ੍ਹ ਲਿਓ, ਦੁਬਾਰਾ ਉਹਦਾ ਐਡੀਸ਼ਨ ਨਹੀਂ ਆਉਂਦਾ। ਇਦਾਂ ਹੀ ਜਿਹੜੇ ਪੁਰਾਤਨ ਗ੍ਰੰਥ ਸੀ ਉਹ ਕਿਵੇਂ ਉਹ ਸਾਡੇ ਤੋਂ ਦੂਰ ਹੋਏ, ਉਹ ਲੱਭੇ ਹੀ ਨਹੀਂ ਸਾਰੇ। ਬਾਅਦ ਵਿੱਚ ਕੋਈ ਪੜ੍ਹਨ ਵਾਲੀ ਪੀੜ੍ਹੀ ਆਈ ਨਹੀਂ, ਮੋਬਾਈਲਾਂ ਵਿੱਚ ਹੀ ਵੜ ਗਏ ਨੇ। ਅੱਜ ਕੱਲ੍ਹ ਦੇ ਵਿੱਚ ਜੋ ਦੁਨੀਆ ਦਾ ਗੰਦ ਮੰਦ ਹੈ ਸਭ ਅੱਗੇ ਆਈ ਜਾਂਦਾ, ਤੁਹਾਨੂੰ ਕੁਝ ਖਰੀਦਣ ਦੀ ਲੋੜ ਨਹੀਂ ਹੈ। ਅੱਗੇ ਤੇ ਸਾਹਮਣੇ ਦੇਖ ਲੈਂਦੇ ਸੀ ਟੀਵੀ ਤੇ, ਹੁਣ ਬੱਚੇ ਨੁੱਕਰਾਂ 'ਚ ਵੜ ਕੇ ਹੀ ਦੇਖ ਲੈਂਦੇ ਨੇ, ਸਭ ਪਤਾ ਘਰਦਿਆਂ ਨੂੰ ਨਹੀਂ ਲੱਗਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਕਵੀ ਆਇਆ, ਚੰਦਨ ਕਵੀ ਹੋਏ ਤੇ ਕਵਿਤਾ ਬੜੀ ਅਵਲ ਦਰਜੇ ਦੀ ਲਿਖਦੇ ਸੀ, ਦੁਨਿਆਵੀ ਗੱਲ ਹੈ। ਤੇ ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਮੈਂ ਇੱਕ ਏਦਾਂ ਦੀ ਕਵਿਤਾ ਲਿਖੀ ਹੈ, ਤੁਹਾਡੇ 52 ਕਵੀਆਂ ਵਿੱਚੋਂ ਕਿਸੇ ਨੂੰ ਇਹਦਾ ਅਰਥ ਨਹੀਂ ਸਮਝ ਆਉਂਦਾ। ਜੇ ਮੈਂ ਉੱਥੇ ਪੜ੍ਹਦਿਆਂ ਮੈਨੂੰ ਇਹ ਅਫਸੋਸ ਹੈ ਜੇ ਪੜ੍ਹਦੀ ਤੇ ਕੋਈ ਸਰੋਤਾ ਹੀ ਚੱਜਦਾ ਨਹੀਂ ਹੋਣਾ। ਮਹਾਰਾਜ ਕਹਿੰਦੇ ਤੇ ਤੇਰੀ ਗੱਲ ਠੀਕ ਹੈ, ਤੇਰਾ ਨਾਮ ਚੰਗਾ ਸੁਣਿਆ। ਸਤਿਗੁਰੂ ਕਹਿੰਦੇ ਸੁਣਾ ਫਿਰ ਆਪਣੀ ਕਵਿਤਾ ਦਾ ਰੰਗ ਬੰਨ ਸਾ, ਸ਼ਾਇਦ ਕੋਈ ਅਰਥ ਕਰ ਦਵੇ। ਉਹਨੇ ਕਵਿਤਾ ਪੜ੍ਹੀ, ਕਹਿਣ ਲੱਗਾ ਨਵ ਸਾਧ ਤੀਏ ਨਵ ਸਾਧ ਕੀਏ, ਨਵ ਸਾਧ ਪੀਏ ਨਵ ਸਾਧ ਪਿਆਏ, ਨਵ ਸਾਧ ਰਚੇ ਨਵ ਸਾਧ ਬਚੇ, ਨਵ ਸਾਧ ਪੀਆ ਪੈਦਾਇਨ ਪਾਏ। जीत कला नव सातन की, नव सातन के मुख अंचल छाए। मन हो मेघ के मंडल में, कब चंदन चंद कलेवर छाए। ये जिहड़ी 8 लाइनां दी कविता पढ़ी है। श्री गुरु गोबिंद सिंह महाराज, गुरु गोबिंद सिंह साहब कहन लगे चंदन कवि जी वाकई तुहाडी कविता का कोई तोड़ नहीं, इहदे अर्थ ते मैं भी नहीं कर सकता। होर चौड़ा हो गया हंकार विच भी, मैं ते गुरु तो भी उपर हो गया। ਹੁਣ ਹਾਲਤ ਕੁਝ ਸਾਡੀ ਵੀ ਇੱਥੇ ਜਿਹੜੀ ਹੈ ਨਾ ਉਹ ਵਿਗੜ ਚੁੱਕੀ ਹੈ। ਬਹੁਤਾ ਪ੍ਰਚਾਰ ਤੇ ਆਪੋ ਆਪਣੀ ਮੱਤ ਦਾ ਹੀ ਹੋ ਰਿਹਾ ਆ। ਕੋਈ ਵਿਰਲੇ ਪ੍ਰਚਾਰਕ ਅੱਜ ਕੱਲ੍ਹ ਲੱਭਦੇ ਨੇ ਜਿਹੜੇ ਗੁਰੂ ਸਾਹਿਬ ਦੀ ਮੱਤ ਦੀ ਗੱਲ ਕਰਦੇ ਹੋਣ, ਆਪਣੀਆਂ ਹੀ ਦਲੀਲਾਂ ਪੀਲਾਂ ਘੋੜੇ ਭਜਾਈ ਜਾ ਰਹੇ ਨੇ। ਸੰਗਤ ਬੈਠੀ ਹੈ, ਇਹ ਮੇਰੀ ਬੇਨਤੀ ਹੈ, ਗੁਰੂ ਦੀ ਗੱਲ ਸੁਣਿਆ ਕਰੋ, ਗੁਰ ਇਤਿਹਾਸ ਦੀ ਕਥਾ ਸੁਣਿਆ ਕਰੋ, ਗੁਰਬਾਣੀ ਦੀ ਕਥਾ ਸੁਣਿਆ ਕਰੋ, ਜੇ ਜ਼ਿੰਦਗੀ ਵਿੱਚ ਕੁਝ ਪ੍ਰਾਪਤ ਕਰਨਾ ਹੈ।
क्योंकि रत्ना रतन पदार्थ को सागर भरिया राम, बाणी गुरबाणी लागे तिन हथ चढ़िया राम। गुरबाणी की गुर इतिहास की कथा से सब कुछ मिलना है। गल की कि शॉर्टकट का रस्ता बड़ा अपना लिया सी प्रचारकों ने। 15 20 30 50 लैक्चर इकट्ठे किए ते संगत में सुनाने शुरू कर दिते। कुछ समझ गुरबाणी की गुर इतिहास की प्राप्त करनी हो तो 8-10 साल मेहनत करनी पैंदी है, थोड़े तो थोड़ी। महाराज नूं कहंदा मैनूं पता सी मेरी कविता बड़ी उच्ची है। सच्चे पातशाह कहंदे मैं अर्थ नहीं करांगा, साडा एक भाई सिख है वो अर्थ करेगा। कहंदा महाराज मेरी तौहीन करदे, इहदे ते कोई कवि अर्थ नहीं कर सकदा ते तुहाडा घाह पट्ठे पाउण वाला घोड़ियां नूं की अर्थ करेगा। महाराज कहंदे मारो आवाज़, भाई धन्ना जी नूं आवाज़ मारो। धन्ना सिंह जी दशहरा पन्नू उन्हां दा स्थान है, उत्थों दे रहण वाले सी। कपड़े उन्होंने सेवा करके जेड़े लिबड़े हुए ने, घाह घू खोदते आए। इहो ही असल दे विच धूड़ी इशनान हुंदा है। भाई गुरदास साहब कहंदे तप्पड़ झाड़ विछाए धूड़ी नहाया। असीं गुरु घर आउंदे ना लिंब पुछ के स्वाद ला के कपड़े नवें पा के, साडे अल कोई देखे बंदा बहुत ज़्यादा हाई क्वालिटी का और हाई परसनैलिटी का बंदा, इत्थे निमरता नाल आया करो तो झोली भर के जाएगी, जे मान ना लाओगे तो खाली जाओगे। निमरता विच गरीबी विच आया करो तो गुरु तुहाडे ते बख्शिश बड़ी करनगे। भाई साहब आए, भाई धन्ना सिंह जी महाराज कहंदे इहदी कविता दा जरा अर्थ करके सुनाओ। ये तो कहंदा मेरे वर्गा कोई कवि नहीं है। ते उस कविता फिर सुनाई, मैं समा ज़्यादा ना लवां, छंद ते बड़ा सोहना भावें वार वार ही सुनाई जाइए। भाई धन्ना सिंह जी कहते तू तो केवल 16 के पहाड़े च ही फसिया भी नवसाद पीए नवसाद किए नवसाद पीए नवसाद पियाए भी 16 सालों की कन्या ने 16 प्रकार के जेड़े अपने उपर श्रृंगार धारण किए ने। 16 महीनों बाद पति प्रदेशों आया, 16 तरह के पदार्थ छकाए हैं। 16 बाजियां वाली जी चौपड़ की बाजी पाई है, जित गया है। ते इस्त्री के मूँह से जोड़ा है पिलतन छा गई हाਰਨ करके। इन्नी की कविता का अर्थ बनया सारा। हुण कह लगे कि भाई धन्ना सिंह कहते हुण तू मेरी कविता के अर्थ करके इंदा तू भी कविता उच्चारण कर लेगा। अद्धा पते हंकार उदों ही टुट गया कि मेरे पल्ले कुछ नहीं रह गया। सतगुरु कहते निमरता वाले नूं कदी डिग्गण का डर नहीं होता। नीचा अंदर नीच जात, नीची हो अत नीच, नानक तिन कै संग साथ, वड्डियां सो प्यारी। नीवे तो नीवा बन के रह ते कदी तेनू कोई गल जिहड़ी है वो दुख नहीं लगेगा। जे वडप्पण हासिल करी फिरेगा बिना किसी गुण तो बिना किसी गल तो ते डिग पेगा। ते भाई धन्ना साहब कह लगे हुण मेरी कविता का अर्थ करियो। कविता की सी सुनियो जरा गौर दे नाल। कह लगे मीन मरे जल के परसे, कबहू ना मरे तन पावक पाए। मच्छी कहते जिहड़ी मर जाती है जो पानी के नाल बरसदी भाव पानी में जाती। हुण इह ते काम उल्ट हो गया, मच्छी का तो जीवन ही पानी है। कबहू ना मरे तन ताप तापन पाए, अग दे विच जाण करके कदी नहीं मरदी ओह। फिर दूजी पंक्ति दे विच कह लगे हाथी मरे मद को परसे। हाथी मर जाता जो शराब नूं परसदा है। कबहू ना मरे तन ताप के आए, शरीर विच बीमारी आवे ते नहीं मरदा। हुण चंदन कवि जिहड़ा सी उहदे उपरों दी इह कविता लंघण लग पई भी इह की कह दिता है, इहदे ते कोई अर्थ बन ही नहीं सकदा। ती मरे पत सौ परसे, कबहू ना मरे जब परदेस सुधाए। पत्नी उदों मरदी है जदों पति दे नाल मिलाप हुंदा बड़े चिर बाद। जदों परदेस जांदा उदों नहीं मरदी। गूढ़ में बात कही तिजराज, विचार सके ना कबहू चित लाए। ये बड़ी डूंगी बात है कविराज, इनू विचार नहीं सकता कोई जे चित नहीं लावेगा। फिर 3 पंक्तियां कईयां कह लगे मित्र मरे मित्र को मिलबे, कबहू ना मरे जब दूर सिधाए।
ਮਿੱਤਰ ਕਦੋਂ ਮਰਦਾ? ਜਦੋਂ ਮਿੱਤਰ ਨੂੰ ਮਿਲਦਾ ਹੈ। ਕਦੀ ਨਹੀਂ ਮਰਦਾ ਜਦੋਂ ਦੂਰ ਜਾਂਦਾ, ਉਹਦੇ ਤੋਂ ਬਹੁਤ ਦੂਰ ਚਲਾ ਜਾਵੇ। ਜਿਹੜੇ ਅਸਲੀ ਮਿੱਤਰ ਹੁੰਦੇ ਨੇ ਸੱਜਣ। ਕੌਲ ਮਰੇ ਸਸ ਕੋ ਪਰਸੇ। ਕੌਲ ਮਰੇ ਜਿਹੜਾ ਫੁੱਲ ਹੈ, ਇਹਦਾ ਜੀਵਨ ਜਿਹੜਾ ਹੈ ਉਹ ਸੂਰਜ ਕਰਕੇ ਹੈ। ਕਹਿ ਲੱਗੇ ਕੌਲ ਜਿਹੜਾ ਕਦੋਂ ਮਰਦਾ ਹੈ? ਜਦੋਂ ਸੂਰਜ ਵੱਲ ਦੇਖਦਾ। ਇਹ ਤਾਂ ਉਲਟ ਹੋ ਗਈ, ਜਦੋਂ ਸੂਰਜ ਚੜ੍ਹਦਾ ਤੇ ਕਮਲ ਦਾ ਫੁੱਲ ਖਿੜ ਜਾਂਦਾ ਹੈ। ਕੌਲ ਮਰੇ ਰੱਬ ਕੋ ਬਰਸੇ, ਕਬਹੂ ਨਾ ਮਰੇ ਸਸ ਕੋ ਮੁਖ ਪਾਏ। ਚੰਦਰਮਾ ਨੂੰ ਦੇਖ ਕੇ ਕਹਿੰਦੇ ਨਹੀਂ ਮਰਦਾ, ਅਸਲ ਮਰਦਾ ਰਾਤ ਨੂੰ ਹੀ ਹੈ ਜਦੋਂ ਚੰਦਰਮਾ ਚੜ੍ਹਦਾ। ਸਿੰਘ ਮਰੇ ਮਾਸ ਕੇ ਮਿਲਵੇ, ਕਬਹੂ ਨਾ ਮਰੇ ਜਬ ਹਾਥ ਨਾ ਆਏ। ਸ਼ੇਰ ਕਦੋਂ ਮਰਦਾ? ਜਦੋਂ ਮਾਸ ਮਿਲ ਜਾਂਦਾ। ਤੇ ਕਦੀ ਨਹੀਂ ਮਰਦਾ ਜੇ ਉਹਦੇ ਹੱਥ ਵਿੱਚ ਮਾਸ ਨਾ ਆਵੇ। ਗੂੜ ਮੈਂ ਬਾਤ ਕਹੀ ਵਿੱਚ ਰਾਜ, ਵਿਚਾਰ ਸਕੇ ਨਾ ਕਬਹੂ ਚਿਤ ਲਾਏ। ਇਹ ਬੜੀ ਡੂੰਘੀ ਬਾਤ ਦੱਸ। ਹੱਥ ਕੜੇ ਕਰਦੇ ਤੇ ਸਤਿਗੁਰੂ ਦੀ ਸ਼ਰਨ ਪੈ ਗਿਆ। ਮਹਾਰਾਜ ਸਾਹਿਬ ਜੀ ਗਲਤੀ ਹੋ ਗਈ, ਹੰਕਾਰ ਧਾਰਨ ਕਰ ਲਿਆ ਸੀ, ਹਉਮੈ ਨਹੀਂ ਸੀ ਕਰਨੀ ਚਾਹੀਦੀ। ਤੁਹਾਡਾ ਦਰਬਾਰ ਵੱਡਿਆਂ ਤੋਂ ਵੱਡਾ ਹੈ। ਮੈਂ ਬੇਨਤੀ ਕਰਾਂ, ਜਿਤਨਾ ਵੀ ਧਰਮ ਕਰਮ ਕਮਾਓ, ਨਿਮਰਤਾ ਵਿੱਚ ਰਹਿ ਕੇ ਕਮਾਓ, ਸਤਿਗੁਰੂ ਫਲ ਲਾਏਗਾ। ਹੁਣ ਆਸਾਨ ਸੀ ਇਹ ਕਵਿਤਾ ਜਿਹੜੀ ਸੀ, ਭਾਈ ਧੰਨਾ ਸਿੰਘ ਦੀ ਕਵਿਤਾ ਜਿਹੜੀ ਸੀ, ਉਹਦੇ ਜਿੰਨੇ ਵੀ ਕਬਹੂ ਨਾ, ਉਹ ਸ਼ਬਦ ਜਿਹੜੇ ਸੀ ਵਿਸ਼ਰਾਮ ਭਾਵੇਂ ਪਹਿਲਾਂ ਦਿੱਤਾ ਸੀ, ਪਰ ਕਰਨਾ ਇਹ ਸੀ ਕਿ ਅਰਥ ਕਰਨ ਲੱਗਿਆਂ ਵਿਸ਼ਰਾਮ ਪਹਿਲਾਂ ਦੇਣਾ ਸੀ। ਤੇ ਵਿਸ਼ਰਾਮ ਦੇ ਨਾਲ ਹੀ ਏਦਾਂ ਛੰਦ ਪੜਿਆ ਕਿ ਉਹ ਅਰਥੀ ਨਹੀਂ ਆਇਆ। ਹੁਣ ਹੰਕਾਰ ਟੁੱਟ ਗਿਆ ਉਸਦਾ। ਸਤਿਗੁਰੂ ਕਹਿੰਦੇ ਇੱਥੇ ਗੁਰੂ ਨਾਨਕ ਦੇ ਘਰ ਵਿੱਚ ਜਿਹੜੇ ਦਾਨੇ ਮਸਤਾਨੇ ਦੀਵਾਨੇ ਜਿਹੜੇ ਸੰਤ ਨੇ, ਉਹਨਾਂ ਦੇ ਵਿੱਚ ਵੀ ਇਹ ਬਖਸ਼ਿਸ਼ ਹੈ। ਕਦੀ ਆਪਣਾ ਹੰਕਾਰ ਨਾ। ਦੂਜੀ ਸਤਿਗੁਰੂ ਨੇ ਭਾਈ ਮਨ ਸੁਖ ਸ਼ਾਹੂਕਾਰ ਨੂੰ ਇਹ ਹੁਕਮ ਕੀਤਾ ਸੀ ਕਿ ਨਾਮ ਜਪਣਾ। ਨਾਮ ਕਿਉਂ ਜਪਣਾ? ਕਿਉਂਕਿ ਕਲਯੁਗ ਦਾ ਸਮਾਂ ਜਿਹੜਾ ਨਾ, ਸਤ ਸੰਗਤ ਜੀ ਦੇ ਵਿੱਚ ਨਾਮ ਦੀ ਵਡਿਆਈ ਹੈ। ਪੁਰਾਣੇ ਯੁੱਗਾਂ ਦੇ ਵਿੱਚ ਸਤਯੁਗ, ਤ੍ਰੇਤਾ, ਦੁਆਪਰ, ਇਹਨਾਂ ਵਿੱਚ ਕਰਮ ਪ੍ਰਧਾਨ ਸੀ। ਹੁਣ ਨਾਮ ਦੀ ਗੱਲ ਹੈ। ਰਾਮਚੰਦਰ ਭਗਵਾਨ ਨੇ ਕਹਿੰਦੇ ਜਦੋਂ ਸ਼੍ਰੀ ਲੰਕਾ ਨੂੰ ਗਏ ਤੇ ਸਮੁੰਦਰ ਪਾਰ ਕੀਤਾ। ਸਮੁੰਦਰ ਪਾਰ ਕਰਨ ਲੱਗਿਆ, ਗਿਰਵਰ ਕੇ ਜਿਹੜੇ ਪਹਾੜਾਂ ਦੇ ਪਰਬਤ ਦੇ ਪੱਥਰ ਸੀ ਨਾ, ਉਹਨਾਂ ਨੂੰ ਲੈ ਕਰਕੇ ਉਹਦੇ ਉੱਪਰ ਰਾਮ ਦਾ ਨਾਮ ਲਿਖ ਦਿੱਤਾ। ਗਿਰਵਰ ਕੇ ਪਾਥਰ ਲੈ ਭਾਰੇ, ਤਰਵਰ ਕੇ ਪਾਤਨ ਸਮਤਾਰੇ। ਜਿਵੇਂ ਪੱਤਾ ਪਾਣੀ ਤੇ ਤਰਦਾ, ਇਵੇਂ ਤਾਰ ਦਿੱਤੇ। ਤੇ ਕੀ ਲਿਖਿਆ? ਆਪਦਾ ਨਾਮ ਨਹੀਂ, ਪਰਮੇਸ਼ਰ ਦਾ, ਰਾਮ ਦਾ ਨਾਮ ਲਿਖਿਆ ਤੇ ਤਰ ਗਏ। ਕਲਯੁਗ ਦੇ ਸਮੇਂ ਦੇ ਅੰਦਰ ਪਰਮੇਸ਼ਰ ਦੇ ਨਾਮ ਨਾਲ ਕਰੋਗੇ। ਸਤਿਗੁਰੂ ਕਹਿੰਦੇ ਘੋਰ ਦੁਖਿਆਂ ਅਨਕ ਹਤਿਆਂ ਜਨਮ ਦਰਿਦਰੰ ਮਹਾ ਬਖਿਆਦੰ ਮਿਟੰਤ ਸਭ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵ ਕਾਸ਼ਟ ਭਸਮੰ ਕਰੋਧ। ਕਹਿੰਦੇ ਅਨੇਕਾਂ ਦੁੱਖ ਹੋਵੇ ਜ਼ਿੰਦਗੀ ਦੇ ਵਿੱਚ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਸ਼ਬਦ ਹਨ। ਘੋਰ ਦੁਖਿਆਂ ਅਨਕ ਹਤਿਆਂ, ਅਨੇਕਾਂ ਪਾਪ ਕਤਲਾਂ ਦੇ ਸਿਰ ਚੜੇ ਹੋਣ, ਪੁਰਾਣੇ ਐਸੇ ਕਰਮ ਕੀਤਾ ਹੋਵੇ ਕੋਈ ਗਲਤ, ਤੇ ਜਨਮ ਤੋਂ ਹੀ ਗਰੀਬੀ ਹੋਵੇ, ਜੰਮਿਆ ਵੀ ਮਾੜੇ ਘਰ ਵਿੱਚ ਹੋਵੇ ਜਿੱਥੇ ਰੋਟੀ ਤੋਂ ਵੀ ਆਦਰ ਹੋਵੇ, ਕਿ ਘਰ ਦੇ ਵਿੱਚ, ਪਰਿਵਾਰ ਦੇ ਵਿੱਚ, ਸਮਾਜ ਵਿੱਚ ਲੜਾਈ ਝਗੜਾ ਚੱਲਦਾ ਹੀ ਰਹਿੰਦਾ ਹੋਵੇ, ਕਦੀ ਕਿਸੇ ਨਾਲ ਡਾਂਗ ਛੋਟਾ, ਕਦੀ ਕਿਸੇ ਨਾਲ। ਸਤਿਗੁਰੂ ਕਹਿੰਦੇ ਇੱਕ ਗਰੰਟੀ ਦਿੰਦਾ ਹਾਂ, ਕਲਯੁਗ ਦਾ ਸਮਾਂ ਹੈ, ਨਾਮ ਜਪਣਾ ਸ਼ੁਰੂ ਕਰ ਦਿਓ। ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵ ਕਾਸ਼ ਭਸਮ ਕਰੋਧ। ਏਦਾਂ ਸਾਰੇ ਪਾਪ ਮਿਟ ਜਾਣਗੇ। ਜਿੱਦਾਂ ਲੱਖਾਂ ਗੁਣ ਲੱਕੜੀ ਹੋਵੇ, ਉਹਨੂੰ ਇੱਕ ਹੀ ਦੀਪ ਲਾਉਣ ਦੀ ਲੋੜ ਹੈ, ਅੱਗ ਦੀ ਚਿੰਗਿਆਰੀ ਦੀ, ਤੇ ਸਭ ਕੁਝ ਭਸਮ ਹੋ ਜਾਂਦਾ। ਏਦਾਂ ਪਾਪ ਖਤਮ ਹੋ ਜਾਣਗੇ। ਸਮਾਂ ਥੋੜਾ ਹੈ, ਇਹਨਾਂ ਪ੍ਰਕਰਨਾਂ ਤੇ ਬੜੀ ਲੰਬੀ ਸੋਹਣੀ ਵਿਚਾਰ ਹੋ ਸਕਦੀ ਹੈ। ਤੇ ਤੀਜਾ ਮਹਾਰਾਜ ਨੇ ਕਿਹਾ ਕੀ ਹੈ ਕਿ ਹੁਣ ਭਾਣੇ ਨੂੰ ਮੰਨਣਾ ਹੈ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਇੱਕ ਭਰਾਤਾ ਹੋਏ ਨੇ, ਇੱਕ ਤੇ ਬਾਬਾ ਪ੍ਰਿਥੀ ਚੰਦ ਜੀ ਤੇ ਦੂਜੇ ਹਨ ਬਾਬਾ ਮਹਾਦੇਵ ਸਾਹਿਬ। ਤੇ ਸਤਿਗੁਰੂ ਸੱਚੇ ਪਾਤਸ਼ਾਹ ਤੇ ਹੁਣ ਗੁਰ ਅਰਜਨ ਪ੍ਰਤੱਖ ਹਨ, ਆਪ ਹੀ ਪਰਮੇਸ਼ਰ ਦੇ ਸਰੂਪ ਹਨ। ਬਾਬਾ ਮਹਾਦੇਵ ਜੀ ਨੇ ਇੱਕ ਦਿਨ ਸਤਿਗੁਰੂ ਜੀ ਦੇ ਕੋਲ ਬੇਨਤੀ ਕੀਤੀ ਕਿ ਭਰਾਤਾ ਜੀ ਤੁਸੀਂ ਭਾਵੇਂ ਛੋਟੇ ਹੋ ਪਰ ਤੁਹਾਡੀ ਵਡਿਆਈ ਬਹੁਤ ਵੱਡੀ ਹੈ। ਮੈਂ ਭਾਵੇਂ ਸੰਸਾਰ ਦੇ ਸਾਰੇ ਰਿਸ਼ਤੇ ਨਾਤੇ ਸੰਬੰਧ ਝੂਠੇ ਜਾਣ ਕਰਕੇ ਤਿਆਗੇ ਨੇ, ਪਰ ਪਰਮੇਸ਼ਰ ਦੀ ਪ੍ਰਾਪਤੀ ਅਜੇ ਕੋਈ ਨਹੀਂ ਹੋਈ।
ਤੇ ਤੁਸੀਂ ਜਦੋਂ ਕਿਰਪਾ ਕਰਦੇ ਹੋ ਨਾ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਦਾ ਦੂਤ ਗੁਜ਼ਾਰਿਓ, ਉਦੋਂ ਤੇ ਕਿਰਪਾ ਦੀ ਰਹਿਮਤ ਦੀ ਦ੍ਰਿਸ਼ਟੀ ਨਾਲ ਹੀ ਸੇਵਕਾਂ ਦੇ ਦੁੱਖ ਕੱਟ ਦਿੰਦੇ ਹੋ ਮਹਾਰਾਜ। ਇਹ ਤੁਹਾਡੇ ਕੋਲੋਂ ਮੈਂ ਇੱਕ ਬੇਨਤੀ ਪੁੱਛਦਾ ਹਾਂ ਕਿ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਕਰਾ ਦਿਓ। ਇਹ ਸਤਿਗੁਰੂ ਸਾਹਿਬ ਜੀ ਦੇ ਭਰਾਤਾ ਜੀ ਬਾਬਾ ਮਹਾਦੇਵ ਜੀ ਨੇ ਪੁੱਛਿਆ ਕਿ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇਗੀ। ਤੇ ਸਤਿਗੁਰੂ ਨੇ ਫਿਰ ਉਪਦੇਸ਼ ਦਿੱਤਾ। ਮਹਾਰਾਜ ਕਹਿਣ ਲੱਗੇ ਇੱਕ ਤੇ ਨਾਮ ਜਪੋ, ਤੇ ਦੂਜੀ ਗੱਲ ਹੈ ਕਿ ਪਰਮੇਸ਼ਰ ਦੇ ਹੁਕਮ ਦੇ ਵਿੱਚ ਰਹੋ। ਜੋ ਵਾਹਿਗੁਰੂ ਸਾਹਿਬ ਕਰਦੇ ਨੇ ਉਹ ਗੱਲ ਚੰਗੀ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਪ੍ਰਮਾਤਮਾ ਤੈਨੂੰ ਭਾਉਂਦਾ ਉਹ ਠੀਕ ਹੈ। ਇਹ ਹੈ ਭਾਣਾ ਮਾਣਾ। ਉਹ ਬੇਨਤੀ ਕੀ ਕੀਤੀ ਸੀ, ਕਹਿਣ ਲੱਗੇ ਸੁਣ ਮੀਤਾ, ਇਹ ਸਤਿਗੁਰੂ ਮਿੱਤਰ ਭਰਾ ਜੀ, ਹੋ ਤੇਰੀ ਸ਼ਰਨਾਈ ਆਇਆ, ਅਸੀਂ ਤੇਰੀ ਸ਼ਰਨ ਆਏ। ਪ੍ਰਭ ਮਿਲੋ ਦੇਹੋ ਉਪਦੇਸ਼ਾ, ਪ੍ਰਮਾਤਮਾ ਦੀ ਪ੍ਰਾਪਤੀ ਹੋਵੇ ਇਹ ਉਪਦੇਸ਼ ਮੈਨੂੰ ਦਿਓ। ਗੁਰੂ ਅਰਜਨ ਦੇਵ ਸਾਹਿਬ ਜੀ, ਬਾਬਾ ਮਹਾਦੇਵ ਸਾਹਿਬ ਨੇ ਬੇਨਤੀ ਕੀਤੀ ਉਪਦੇਸ਼ ਦਿਓ। ਤੇ ਸਤਿਗੁਰੂ ਕਹਿੰਦੇ ਨੇ ਮਾਨ ਨਾ ਕੀਜੈ ਸ਼ਰਨ ਭਰੀਜੈ, ਕਰੈ ਸੋ ਭਲਾ ਮਨਾਈਐ, ਏਦਾਂ ਕਰੋ ਹੰਕਾਰ ਨਾ ਕਰਿਓ ਜ਼ਿੰਦਗੀ ਵਿੱਚ। ਜੋ ਪ੍ਰਮਾਤਮਾ ਕਰਦਾ ਹੈ ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਜੋ ਵਾਹਿਗੁਰੂ ਕਰਦਾ ਉਹਨੂੰ ਭਲਾ, ਉਹਨੂੰ ਸਤ ਜਾਣ ਕਰਕੇ ਮੰਨ ਲੈਣਾ, ਇਹ ਸਾਡਾ ਬਚਨ ਪੱਲੇ ਬੰਨੋ। ਕਰੇ ਸੋ ਭਲਾ ਮਨਾਈਐ, ਪ੍ਰਮਾਤਮਾ ਜੋ ਕਰੇ ਉਹਨੂੰ ਠੀਕ ਹੈ, ਇਹ ਸਤ ਹੈ, ਇਹਦੇ ਤੋਂ ਪਰੇ ਕੁਝ ਨਹੀਂ ਹੋ ਸਕਦਾ। ਇਹ ਹੈ ਭਾਣਾ ਮੰਨਣਾ। ਤੇ ਮਹਾਰਾਜ ਨੂੰ ਜਦੋਂ ਇਹ ਬੇਨਤੀ ਕੀਤੀ ਤੇ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਔਰ ਕਹਿਣ ਲੱਗੇ ਇੱਕ ਸਾਡੀ ਗੱਲ ਹੋਰ ਸੁਣੋ। ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ। ਆ ਸਰੀਰ, ਇਹ ਸਾਡਾ ਮਨ, ਇਹ ਸਾਡੀ ਬੁੱਧੀ, ਇਹ ਸਾਰਾ ਕੁਝ ਅਰਪਣ ਕਰ ਦਿਓ। ਇਹ ਜਿਹੜੀ ਸੋਚ ਹੈ ਨਾ ਸਾਡੀ, ਇਹੋ ਹੀ ਸਾਨੂੰ ਪ੍ਰਮਾਤਮਾ ਨਾਲ ਨਹੀਂ ਮਿਲਣ ਦੇਣੀ। ਅਜੇ ਹੈ ਥੋੜੀ ਜਿਹੀ ਪਾਈ ਹੈ ਸਾਡੇ ਅੰਦਰ, ਤੇ ਜੇ ਕਿਤੇ ਜ਼ਿਆਦਾ ਥੋੜੀ ਜਿਹੀ ਪਾ ਦਿੱਤੀ ਹੁੰਦੀ ਪਤਾ ਨਹੀਂ ਕੀ ਕਰ ਦਿੰਦੇ। ਥੋੜੀ ਜਿਹੀ ਬਾਤੀ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੋਈ ਹੈ। ਅਸੀਂ ਉਸ ਮੱਤ ਦੇ ਨਾਲ ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਉਹਨੂੰ ਤੋਲਣ ਦਾ ਅਸੀਂ ਯਤਨ ਕਰਨ ਲੱਗ ਪਏ ਆ। ਆਪਣੇ ਆਪ ਨੂੰ ਸਿਆਣੇ ਸਮਝਣ ਲੱਗ ਪਏ। ਇਹ ਸਾਰਾ ਕੁਝ ਅਰਪਣ ਕਰਦੇ ਇਉਂ ਦਰਸ਼ਨ ਹਰ ਜੀ ਪਾਈ ਹੈ। ਇਵੇਂ ਫਿਰ ਪ੍ਰਮਾਤਮਾ ਦਾ ਦਰਸ਼ਨ ਤੁਹਾਨੂੰ ਪ੍ਰਾਪਤ ਹੋਏਗਾ ਜੇ ਸਾਰਾ ਕੁਝ ਆਪਣਾ ਅਰਪਣ ਕਰ ਦੋਗੇ ਤੇ ਹੁਕਮ ਵਿੱਚ ਰਹਿਣਾ ਸਿੱਖ ਲਓਗੇ। ਸਭ ਤੋਂ ਵੱਡੀ ਦਾਤ ਇਹ ਹੁੰਦੀ ਕਿ ਹੁਕਮ ਵਿੱਚ ਰਹਿਣਾ। ਹੁਕਮ ਦੇ ਵਿੱਚ ਰਹੇ ਹਨ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ ਜੀ ਹੁਕਮ ਦੇ ਵਿੱਚ ਵਰਤੇ। ਜੋ ਕਹਿਤਾ ਉਹਦੇ ਅੱਗੇ ਇੱਕ ਮਾਤਰ ਇੱਕ ਬੋਲ ਵੀ ਆਪਣੇ ਮੂੰਹ ਤੋਂ ਨਹੀਂ ਕੱਢਣਾ ਗੁਰੂ ਦੇ ਅੱਗੇ, ਤੇ ਗੁਰਸਿੱਖ ਹੁੰਦਾ ਹੀ ਹੋ। ਮਹਾਰਾਜ ਕਹਿੰਦੇ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਬਾਟ ਮੁਰੀਦਾਂ ਜੋ ਨਹੀਂ। ਸੱਚ ਤੇ ਪਹਿਰਾ ਦਿਓ ਤੇ ਜੋ ਗੁਰੂ ਕਹਿੰਦਾ ਉਹਦੇ ਤੇ ਤੁਰੋ, ਮੁਰੀਦ ਦਾ ਕੰਮ ਇਹ ਹੈ। ਇਸ ਵਾਸਤੇ ਬੇਨਤੀ ਕਰ ਦਵਾਂ, ਸਮਾਂ ਸਮਾਪਤ ਹੈ। ਸਤਿਗੁਰੂ ਕਹਿਣ ਲੱਗੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਪਰਮਾਤਮਾ ਦੇ ਮਾਰਗ ਤੇ ਚੱਲੋ, ਜੋ ਸਤਿਗੁਰੂ ਕਹਿੰਦੇ ਨੇ ਉਸ ਮਾਰਗ ਤੇ ਚੱਲੋ। ਅੱਜ ਲੋੜ ਹੈ ਸਾਨੂੰ ਸਤ ਸੰਗਤ ਜੀ, ਇਹ ਜਿੰਨਾ ਵੀ ਸਮੁੱਚਾ ਸਮਾਗਮ ਗੁਰਸਿੱਖਾਂ ਨੇ ਪ੍ਰਬੰਧ ਕੀਤਾ ਹੈ, ਜਿੰਨੀ ਵੀ ਇਹ ਸਾਡੀ ਸੰਗਤ ਕਰਨ ਦਾ ਇੱਥੇ ਘੜੀਆਂ, ਇੱਥੇ ਟਾਈਮ ਬਿਤਾਉਣ ਦਾ ਜਿਹੜਾ ਕਾਰਨ ਇਹ ਹੈ ਕਿ ਅਸੀਂ ਗੁਰੂ ਨਾਲ ਜੁੜਦੇ। 10 ਪਾਤਸ਼ਾਹੀਆਂ ਇੱਕ ਸਰੂਪ ਹਨ ਤੇ ਗੁਰੂ ਕਲਗੀਧਰ ਸਾਹਿਬ ਜੀ ਨੇ ਸਾਨੂੰ ਸੰਪੂਰਨ ਰੂਪ ਬਖਸ਼ਿਆ ਹੈ, ਸਰੂਪ ਬਖਸ਼ਿਆ ਹੈ। ਖਾਲਸਾ ਪੰਥ ਸਾਜਿਆ, ਅਸੀਂ ਗੁਰੂ ਕੇ ਖਾਲਸੇ ਬਣੇ। ਸ਼੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਇਹ ਯੋਗ ਉਪਰਾਲੇ ਕੀਤੇ ਜਾ ਰਹੇ ਨੇ ਆਪ ਜੀ ਦੇ ਨਗਰਾਂ ਦੇ ਵਿੱਚ। ਕਿਸੇ ਵੀ ਨਗਰ ਦੇ ਵਿੱਚ ਕੋਈ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਾਉਣਾ ਤੇ ਅਸੀਂ ਹਾਜ਼ਰ ਹਾਂ। ਕੋਈ ਭੇਡਾ ਨਹੀਂ ਲੈਣੀ, ਸੰਗਤ ਦੀ ਸੇਵਾ ਕਰਨ ਦਾ ਮਨ ਹੈ ਤੇ ਉਹ ਪ੍ਰਚਾਰ ਪ੍ਰਸਾਰ ਤੁਸੀਂ ਕਰਾ ਸਕਦੇ ਹੋ। ਔਰ ਦੂਜੀ ਗੱਲ ਸਤ ਸੰਗਤ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰਪੁਰਬ ਤੇ, ਕਿਉਂਕਿ 23 ਤਰੀਕ ਨੂੰ ਨਵੰਬਰ ਨੂੰ ਗੁਰੂ ਸਾਹਿਬ ਜੀ ਦਾ ਗੁਰਪੁਰਬ ਹੈ ਤੇ 2 ਦਿਨ ਬਾਅਦ ਹੀ ਐਤਵਾਰ 25 ਨਵੰਬਰ ਨੂੰ
ਅੰਮ੍ਰਿਤ ਸੰਚਾਰ ਹੋਵੇਗਾ ਗੁਰਦੁਆਰਾ ਬਾਬਾ ਜਵਾਹਰਦਾਸ ਜੀ ਦੇ ਸਥਾਨ ਤੇ, ਉਹਨਾਂ ਦੇ ਤਪ ਸਥਾਨ ਤੇ। ਜਿਹੜੀਆਂ ਸੰਗਤਾਂ ਜੇ ਅੰਮ੍ਰਿਤਧਾਰੀ ਨਹੀਂ, ਉਹ ਅੰਮ੍ਰਿਤਧਾਰੀ ਹੋਵੇ। ਇਹ ਬੇਨਤੀ ਮੰਨੋ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ। ਕਿਉਂਕਿ ਹਰੇਕ ਧਰਮ ਦੇ ਵਿੱਚ ਪ੍ਰਵੇਸ਼ ਕਰਨ ਦੀ ਇੱਕ ਪ੍ਰਕਿਰਿਆ ਹੁੰਦੀ ਹੈ, ਜਿਹਨੂੰ ਅਸੀਂ ਕਹਿ ਸਕਦੇ ਪਰੰਪਰਾ ਜਾਂ ਮਰਿਆਦਾ। ਤੇ ਸਾਡੇ ਧਰਮ ਦੀ ਮਰਿਆਦਾ ਕੀ ਹੈ ਕਿ ਅਸੀਂ ਪੰਜਾਂ ਪਿਆਰਿਆਂ ਦੇ ਕੋਲ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪੇਸ਼ ਹੋ ਕਰਕੇ ਬੇਨਤੀ ਕਰਕੇ ਅੰਮ੍ਰਿਤ ਮੰਗਦੇ। ਜਦੋਂ ਸਾਨੂੰ ਅੰਮ੍ਰਿਤ ਦੀ ਦਾਤ ਮਿਲਦੀ ਹੈ, ਰਹਿਤ ਵਹਿਤ ਵਿੱਚ ਪੂਰੇ ਰਹਿੰਦੇ ਆ, ਨਿਤਨੇਮ ਦੇ ਧਾਰਨੀ ਹੁੰਦੇ ਆ, ਨਾਮ ਸਾਨੂੰ ਉੱਥੋਂ ਹੀ ਮਿਲੇਗਾ। ਫਿਰ ਸਾਡੀ ਯਾਤਰਾ ਜਿਹੜੀ ਧਰਮ ਦੀ ਸ਼ੁਰੂ ਹੋਣੀ ਹੈ। ਇਹ ਬੇਨਤੀ ਪ੍ਰਵਾਨ ਕਰਨੀ ਹੈ। ਆਪ ਜੀ ਸਾਰੀ ਸੰਗਤ ਦਾ ਜਿਹੜੇ ਜੁੜ ਬੈਠੇ ਹੋ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਜਿਨ੍ਹਾਂ ਗੁਰਮੁਖਾਂ ਨੇ ਇਹ ਪ੍ਰਬੰਧ ਕੀਤਾ, ਸੇਵਾਵਾਂ ਕੀਤੀਆਂ, ਸਭ ਦਾ